ਵਾਹਿਗੁਰੂ ਸਾਹਿਬ ਜੀ। ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾ ਸਿਵ ਜੋਗ ਕਰੀ। ਪੁਨ ਬੇਦ ਬਰੰਚ ਵਿਚਾਰ ਰਹਿਓ, ਹਰ ਜਾਪ ਨ ਛਾਡਿਓ ਏਕ ਘਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਧਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਹੇ ਧਰੀ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਓ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮੈਂ ਰਾਮ ਤੋਈ, ਸਤਿਗੁਰ ਸਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਸੁਕੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹਲਾ ਪੰਜਵਾ। ਗੋਬਿੰਦ ਜੀਵਨ ਪ੍ਰਾਨ ਧਨ ਰੂਪਾ, ਅਗਿਆਨ ਮੋਹ ਮਹਾ ਮਗਨ ਮਹਾ ਪ੍ਰਾਣੀ। ਅੰਧਿਆਰੇ ਮੈਂ ਦੀਪ ਰਹਾਓ, ਸਫਲ ਦਰਸ਼ਨ ਤੁਮਰਾ ਪ੍ਰੀਤਮ। ਚਰਨ ਕਮਲ ਅਨੂਪ, ਅਨੇਕ ਬਾਰ ਕਰੋ ਤੁਮ ਤੇ ਬੰਦਨ। ਮਨ ਹੈ ਚਰਾਵੋ ਧੂਪ, ਹਾਰ ਪਰਿਓ ਤੁਮਰੇ ਪ੍ਰਭ ਦੁਆਰੇ। ਦ੍ਰਿੜ ਕਰੀ ਗੈ ਤੁਮਾਰੀ ਲੋਕ, ਕਾਢ ਲਿਹੋ ਨਾਨਕ ਆਪਣੇ ਕੋ। ਸੰਸਾਰ ਪਾਵ ਕੇ ਕੂਪ, ਗੋਵਿੰਦ ਜੀਵਨ ਪ੍ਰਾਨ ਧਨ ਰੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸਜ ਰਹੇ ਦੀਵਾਨ ਦੇ ਵਿੱਚ ਆਪ ਸੰਗਤ ਨੇ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਗੁਰਬਾਣੀ ਦਾ ਸ਼ਬਦ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਲ ਹੀ ਪ੍ਰਾਰੰਭ ਹੋਇਆ ਅਤੇ ਜੁਗੋ ਜੁਗ ਅਟਲ ਰਹੇਗਾ। ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਲ ਭਾਈ ਮਰਦਾਨਾ ਜੀ ਇਸ ਸ਼ਬਦ ਦੀ ਸੇਵਾ ਕਰਦੇ। ਸਤਿਗੁਰੂ ਜਿਸ ਨਗਰ ਵਿੱਚ ਰਹਿੰਦੇ, ਜਿਸ ਇਲਾਕੇ ਵਿੱਚ ਜਾਂਦੇ, ਉੱਥੇ ਮਹਾਰਾਜ ਸਾਹਿਬ ਜੀ ਗੁਰਬਾਣੀ ਪੜ੍ਹਦੇ, ਕੀਰਤਨ ਕਰਦੇ, ਸੰਗਤਾਂ ਨੂੰ ਸਰਵਣ ਕਰਵਾਉਂਦੇ ਅਤੇ ਸੰਗਤਾਂ ਨੂੰ ਇਹ ਉਪਦੇਸ਼ ਵੀ ਦਿੰਦੇ ਕਿ ਆਪਣੇ ਨਗਰ ਦੇ ਵਿੱਚ ਸਾਂਝੀ ਜਗ੍ਹਾ ਬਣਾ ਕੇ, ਜਿਸ ਨੂੰ ਕਿ ਧਰਮਸਾਲ ਦਾ ਨਾਮ ਦਿੱਤਾ, ਇੱਥੇ ਆਏ ਗਏ ਮਹਾਤਮਾ ਦੀ ਸੇਵਾ ਕਰੋ, ਆਪ ਵੀ ਬੈਠ ਕੇ ਇੱਥੇ ਨਾਮ ਜਪੋ ਤਾਂ ਕਿ ਭਲਾ ਹੋ ਜਾਵੇ। ਇਹ ਗੁਰੂ ਨਾਨਕ ਦੇ ਪਾਤਸ਼ਾਹ ਦਾ ਫਰਮਾਨ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਵੇਲੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੀ ਦਾਤ ਕੀਰਤਨ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ ਕਰ ਰਹੇ ਸੀ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਇਸ ਵੇਲੇ ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਕਥਾ ਦੇ ਰੂਪ ਦੇ ਵਿੱਚ ਸਰਵਣ ਕਰੀਏ ਕਿ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਾਡਾ ਇਹ ਮਨੁੱਖਾ ਜਨਮ ਕਿਵੇਂ ਸਫਲਾ ਹੋ ਸਕਦਾ ਹੈ। ਆਓ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹਲਾ ਪੰਜਵਾਂ। ਜੈ ਸ੍ਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਇਹ ਸਾਨੂੰ ਪਾਵਨ ਪਵਿੱਤਰ 8ਵਾਂ ਸ਼ਬਦ ਜੋ ਹੈ ਉਹ ਬਖਸ਼ਿਸ਼ ਕਰ ਰਹੇ ਨੇ। ਜੈਤ ਸ੍ਰੀ ਰਾਗ ਦੇ ਵਿੱਚ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦੇ 7 ਸ਼ਬਦ ਸਰਵਣ ਕਰ ਲਏ ਨੇ। ਇਹ ਮਹਾਰਾਜ ਜੀਆਂ ਦਾ 8ਵਾਂ ਸ਼ਬਦ ਸਾਨੂੰ ਪ੍ਰਾਪਤ ਹੋ ਰਿਹਾ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਜੈ ਸ੍ਰੀ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ। ਗੋਬਿੰਦ ਜੀਵਨ ਪ੍ਰਾਨ ਧਨ ਰੂਪ। ਮਹਾਰਾਜ ਬਖਸ਼ਿਸ਼ ਕਰਦੇ ਐ ਗੋਬਿੰਦ। ਗੋ ਨਾਮ ਗੁਰਮੁਖੋ ਇੰਦਰੀਆਂ ਦਾ ਹੈ। ਇਹ ਸਾਡੇ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ ਨਾ, ਇਹਨਾਂ ਨੂੰ ਗੋ ਦੇ ਨਾਲ ਸੰਬੋਧਨ ਕੀਤਾ। ਇੰਦਰੀਆਂ ਨੂੰ ਆਖਿਆ ਜਾਂਦਾ ਗੋ। ਬਿੰਦ ਨਾਮ ਰੱਖਿਆ ਕਰਨ ਵਾਲਾ, ਜਿਹੜਾ ਸਾਡੇ ਇਹਨਾਂ ਹੱਥਾਂ ਪੈਰਾਂ ਦੀ ਰੱਖਿਆ ਕਰਦਾ ਪਿਆ। ਵੇਖੋ ਸਾਡੇ ਮੂੰਹ ਦੇ ਵਿੱਚ ਕਿੰਨੇ ਦੰਦ ਨੇ, ਕਿੰਨੇ ਤਿੱਖੇ ਨੇ। ਅਸੀਂ ਕਰੜੀ ਤੋਂ ਕਰੜੀ ਚੀਜ਼ ਵੀ ਖਾ ਜਾਂਦੇ, ਚਬਾ ਜਾਂਦੇ, ਪਰ ਇਹਨਾਂ ਦੰਦਾਂ ਦੇ ਵਿੱਚ ਇੱਕ ਕੋਮਲ ਜੀ ਜ਼ੁਬਾਨ ਮਹਾਰਾਜ ਨੇ ਜੀਭਾ ਵੀ ਰੱਖੀ ਹੈ। ਪਰ ਐਸੀ ਉਹਦੀ ਕਿਰਪਾ ਹੈ, ਐਸੀ ਉਹਦੀ ਬਣਾਵਟ ਹੈ ਕਿ ਇਹ ਦੰਦ ਉਸ ਜ਼ੁਬਾਨ ਨੂੰ ਕੱਟ ਨਹੀਂ ਪਾਉਂਦੇ। ਰੱਖਿਆ ਕਰਦਾ ਪਿਆ ਸਾਡੀ ਜ਼ੁਬਾਨ ਦੀ। ਸਾਡੀਆਂ ਅੱਖਾਂ ਜਗਦੀਆਂ ਨੇ, ਵੇਖਦੀਆਂ ਨੇ। ਅੱਖਾਂ ਦੇ ਉੱਪਰ ਉਸਨੇ ਪਲਕਾਂ ਲਾ ਦਿੱਤੀਆਂ। ਮਿੱਟੀ ਘਟਾ ਆ ਜਾਵੇ, ਧੂਆਂ ਕੰਕਰ ਆ ਜਾਵੇ, ਅਸੀਂ ਪਲਕਾਂ ਬੰਦ ਕਰ ਲੈਂਦੇ। ਅੱਖਾਂ ਦੀ ਹਿਫਾਜ਼ਤ ਹੁੰਦੀ ਹੈ। ਇਸ ਤਰ੍ਹਾਂ ਉਹ ਜਿਹੜਾ ਪਰਮਾਤਮਾ ਹੈ ਉਹ ਸਾਡੇ ਸਰੀਰ ਦੀ ਇੰਦਰੀਆਂ ਦੀ ਰੱਖਿਆ ਕਰਦਾ, ਤਾਂ ਉਹਨੂੰ ਕਿਹਾ ਜਾਂਦਾ ਗੋਬਿੰਦ। ਅਤੇ ਗੁਰਮੁਖੋ ਭਾਵੇਂ ਅਸੀਂ ਸੁੱਤੇ ਹੋਈਏ, ਭਾਵੇਂ ਜਾਗਦੇ ਹੋਈਏ, ਭਾਵੇਂ ਕਿਸੇ ਖਾਸ ਰਿਸ਼ਤੇਦਾਰ ਮਹਿਮਾਨ ਦੇ ਨਾਲ ਗੱਲਬਾਤ ਕਰਦੇ ਹੋਈਏ, ਪਰ ਸਾਡੇ ਸਰੀਰ ਦਾ ਸਰਕਲ ਉਸੇ ਤਰ੍ਹਾਂ ਚੱਲਦਾ ਰਹਿੰਦਾ, ਕਿਉਂਕਿ ਉਹ ਰੱਖਿਆ ਕਰਨ ਵਾਲਾ, ਉਹ ਚਲਾਉਣ ਵਾਲਾ ਪਰਮਾਤਮਾ ਹੈ। ਇਸ ਕਰਕੇ ਉਸ ਨੂੰ ਆਖਿਆ ਜਾਂਦਾ ਗੋਬਿੰਦ। ਮਹਾਰਾਜ ਕਹਿ ਲੰਘੇ ਆ ਗੋਬਿੰਦ।
ਜੀਵਨ ਪ੍ਰਾਨ ਜਿੰਨੇ ਜੀਵ ਨੇ ਸਾਰਿਆਂ ਜੀਵਾਂ ਦਾ ਆਪ ਜੀ ਜੀਵਨ ਰੂਪ ਹੋ। ਜਿੰਨੇ ਜੀਵ ਨੇ ਦੁਨੀਆ ਤੇ 84 ਲੱਖ ਜੂਨਾਂ ਨੇ ਜੀਵ ਨੇ, ਇਹਨਾਂ ਜੂਨਾਂ ਵਿੱਚ ਜਿੰਨੇ ਵੀ ਜੀਵ ਨੇ ਸਾਰਿਆਂ ਦਾ ਆਪ ਪ੍ਰਾਣਾ ਰੂਪ ਹੋ। ਸਾਰਿਆਂ ਵਿੱਚ ਆਪ ਜੀ ਜਿੰਦ ਬਣ ਕੇ ਕੰਮ ਕਰਦੇ ਪਏ। ਸਭ ਮੈਂ ਜੋਤ ਜੋਤ ਹੈ ਸੋਏ। ਕੀੜਾ ਹੈ, ਮਕੌੜਾ ਹੈ, ਮੱਖੀ ਹੈ, ਮੱਛਰ ਹੈ, ਛੋਟੇ ਤੋਂ ਛੋਟਾ ਜੀਵ ਹੈ, ਉਹਦੇ ਵਿੱਚ ਵੀ ਤੇਰੀ ਚੇਤਨ ਸਤਾ ਕੰਮ ਕਰਦੀ ਹੈ। ਜੇ ਕੋਈ ਵੱਡੇ ਆਕਾਰ ਵਾਲਾ ਤੇ ਉਹ ਵੀ, ਕਿਉਂਕਿ ਤੁਸੀਂ ਸਾਰੇ ਜੀਵਾਂ ਦਾ ਜੀਵਨ ਰੂਪ ਹੋ। ਸਾਰਿਆਂ ਨੂੰ ਜੀਵਨ ਦਿੰਦੇ ਪਏ ਹੋ। ਤੁਹਾਡੇ ਬਿਨਾਂ ਜ਼ਿੰਦਗੀ ਕੋਈ ਨਹੀਂ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਆ, ਗੋਬਿੰਦ ਤੁਸੀਂ ਸਾਰੇ ਜੀਵਾਂ ਦਾ ਜੀਵਨ ਹੋ। ਸਾਰੇ ਜੀਵਾਂ ਦੇ ਆਪ ਜੀ ਪ੍ਰਾਨ ਹੋ। ਸਾਰਿਆਂ ਜੀਵਾਂ ਵਿੱਚ ਆਪ ਜੀ ਸਮਾਏ ਹੋਏ ਹੋ। ਇਹ ਬਖਸ਼ਿਸ਼ ਕਰਦੇ ਨੇ। ਫਿਰ ਫਰਮਾਉਂਦੇ ਹਨ, ਗੋਬਿੰਦ ਜੀਵਨ ਪ੍ਰਾਨ ਧਨ ਰੂਪ। ਬੇਨਤੀ ਕਰਦੇ ਐ ਗੋਬਿੰਦ ਪਰਮਾਤਮਾ, ਮੈਂ ਆਪ ਜੀ ਦੇ ਆਸਰੇ ਹਾਂ। ਮੇਰਾ ਜੀਵਨ, ਮੇਰੇ ਪ੍ਰਾਣ ਵੀ ਤੁਹਾਡੇ ਆਸਰੇ। ਜਿੱਥੇ ਬਾਕੀ ਜੂਨਾਂ ਤੁਹਾਡੇ ਆਸਰੇ ਨੇ, ਤੁਸੀਂ ਜ਼ਿੰਦਗੀ ਦਿੰਦੇ ਹੋ, ਮੇਰਾ ਇਹ ਸਰੀਰ ਇਹ ਵੀ ਤੁਹਾਡੇ ਆਸਰੇ ਹੈ। ਮੈਨੂੰ ਵੀ ਆਪ ਜੀ ਜੀਵਨ ਦਾਨ ਦੇਣ ਵਾਲੇ ਹੋ। ਐ ਗੋਬਿੰਦ ਜੀਵਨ ਪ੍ਰਾਨ, ਆਪ ਜੀ ਮੈਨੂੰ ਜੀਵਨ ਦੇ ਕੇ ਪ੍ਰਾਨ ਬਖਸ਼ਿਸ਼ ਕਰਨ ਵਾਲੇ ਹੋ। ਧਨ ਰੂਪ, ਇਹ ਧਨ ਵੀ ਤੁਸੀਂ ਦੇਣ ਵਾਲੇ ਹੋ। ਮੇਰੇ ਕੋਲ ਮਾਇਆ, ਗੁਰਮੁਖੋ ਆਪਾਂ ਵੇਖ ਲਈਏ, ਕਿਸੇ ਦੇ ਕੋਲ ਬਹੁਤੀ ਹੈ, ਕਿਸ ਗ੍ਰਹਿ ਬਹੁਤੀ ਸੋ ਫਿਰੈ ਪਰਮੰਤਾ। ਜਿਸ ਗ੍ਰਹਿ ਥੋੜੀ, ਜਿਹਦੇ ਕੋਲ ਥੋੜੀ ਹੈ ਉਹ ਵੀ ਦੁਖੀ ਹੈ, ਪਰ ਹੈ ਕਰਮਾਂ ਦੇ ਨਾਲ, ਜਿਹੋ ਜਿਹਾ ਕਰਮ ਲਿਖਾਇਆ। ਜਿਹਦੇ ਕੋਲ ਬਹੁਤੀ ਹੈ ਉਹ ਵੀ ਦੁਖੀ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹ ਮਾਇਆ ਵੀ ਕਰਮਾਂ ਦੀ ਹੈ, ਧਨ ਵੀ ਕਰਮਾਂ ਦਾ ਹੀ ਹੈ। ਇੱਕ ਜੰਮ ਦਾ ਹੀ ਰਾਜਾ ਹੈ, ਜੰਮ ਦਾ ਹੀ ਜਗੀਰਦਾਰ ਹੈ। ਜਨਮ ਮਿਲਿਆ ਜਗੀਰਦਾਰ, ਮਾਂ ਬਾਪ ਦੀ ਜ਼ਮੀਨ ਜਾਇਦਾਦ ਦਾ ਮਾਲਕ। ਇੱਕ ਉਹ ਹੈ ਜਿਹੜਾ ਜਨਮ ਲੈਂਦਿਆਂ ਹੀ ਮੰਗਤਾ ਹੈ, ਜਨਮ ਲੈਂਦਿਆਂ ਹੀ ਮਜ਼ਦੂਰੀ ਕਰਨ ਵਾਲਾ। ਸ਼ਰਮ ਕਰਤੇ ਦਾਮ ਆੜ ਕੋ, ਇਹ ਕੌਡੀ ਮਿਲ ਜਾਵੇ, ਰੁਪਈਆ ਮਿਲ ਜਾਵੇ, ਉਹਦੇ ਵਾਸਤੇ ਮਿਹਨਤ ਕਰਦਾ ਪਿਆ। ਕਿਸੇ ਦੇ ਕੋਲ ਧਨ ਇੰਨਾ ਵੀ ਜੰਮਦਿਆਂ ਹੀ ਉਹ ਜਗੀਰਾਂ ਦਾ ਮਾਲਕ ਹੈ, ਕੋਈ ਜੰਮਦਿਆਂ ਹੀ ਮੰਗਤਾ ਹੈ। ਧਨ ਰੂਪ, ਧਨ ਆਪ ਹੀ ਦੇਣ ਵਾਲੇ ਹੋ। ਕੋਈ ਰਾਜਾ ਬਣਾ ਕੇ ਪੈਦਾ ਕੀਤਾ, ਕੋਈ ਭਿਖਾਰੀ, ਤੇ ਰੂਪ ਕਹੀਏ ਸੁੰਦਰ ਸਰੂਪ, ਇਹ ਆਪ ਜੀ ਨੇ ਬਖਸ਼ਿਸ਼ ਕੀਤੇ ਨੇ। ਸੋਹਣੇ ਰੂਪ, ਸੋਹਣੇ ਸਰੀਰ, ਆਕਾਰ, ਇਹ ਸਰੀਰਾਂ ਦੇ ਆਪ ਜੀ ਬਖਸ਼ਿਸ਼ ਕਰਨ ਵਾਲੇ ਹੋ। ਅਗਿਆਨ ਮੋਹ ਮਗਨ ਮਹਾਪ੍ਰਾਣੀ। ਸਤਿਗੁਰੂ ਬਖਸ਼ਿਸ਼ ਕਰਦੇ, ਇਹ ਜਿਹੜੇ ਪ੍ਰਾਣੀ ਨੇ ਨਾ, ਸਾਡੇ ਵਰਗੇ ਜੀਵ, ਮਹਾਰਾਜ ਕਹਿਣ ਲੱਗੇ ਮੋਹ ਮਗਨ ਮਹਾ, ਇਹ ਮੋਹ ਦੇ ਵਿੱਚ ਬਹੁਤੇ ਮਗਨ ਹੋ ਗਿਆ, ਮਸਤ ਹੋ ਗਿਆ। ਮੋਹ ਦੇ ਵਿੱਚ ਭੁੱਲ ਹੀ ਗਿਆ ਆਪਣਾ ਤੇ ਪਰਾਇਆ। ਆਪਣੇ ਦੇ ਵਾਸਤੇ ਵੀ ਪਾਪ ਕਰਦਾ ਤੇ ਬਗਾਨੇ ਦੇ ਵਾਸਤੇ ਫਿਰ ਉਹਨੂੰ ਮਾਰਨ ਦਾ ਯਤਨ ਕਰਦਾ। ਇਹ ਮੋਹ ਇਹੋ ਜਿਹਾ, ਆਪਣਿਆਂ ਦੇ ਵਾਸਤੇ ਇਹ ਪਾਪ ਕਰਮ ਕਰਦਾ ਹੈ। ਇੱਕ ਮਹਾਤਮਾ ਸਨ, ਰਸਤੇ ਵਿੱਚ ਤੁਰੇ ਜਾ ਰਹੇ ਤੇ ਕਹਿਣ ਲੱਗੇ, ਉਹਨਾਂ ਨੂੰ ਕੋਈ ਵਿਅਕਤੀ ਮਿਲ ਗਿਆ। ਜਦੋਂ ਵਿਅਕਤੀ ਮੋਹ ਵਿੱਚ ਪੈ ਜਾਵੇ, ਵਿਅਕਤੀ ਮਿਲਿਆ, ਮਹਾਤਮਾ ਨੇ ਉਪਦੇਸ਼ ਦਿੱਤਾ, ਜੀਵ ਹੱਤਿਆ ਨਾ ਕਰਿਆ ਕਰ, ਪਾਪ ਨਾ ਕਰਿਆ ਕਰ, ਇਹਦਾ ਲੇਖਾ ਤੈਨੂੰ ਦੇਣਾ ਪਵੇਗਾ। ਮਹਾਤਮਾ ਦੀ ਗੱਲ ਦਾ ਥੋੜ੍ਹਾ ਅਸਰ ਹੋਇਆ ਤੇ ਅੱਗੇ ਰਸਤੇ ਵਿੱਚ ਗਿਆ ਤੇ ਕੀ ਵੇਖਦਾ ਵੀ ਇੱਕ ਲੜਕਾ ਤੁਰਿਆ ਜਾ ਰਿਹਾ, ਸੋਹਣੇ ਕੱਪੜੇ ਪਾਏ। ਮਨ ਵਿੱਚ ਵਿਚਾਰ ਇਹ ਆ ਗਈ ਵੀ ਜੇ ਮਹਾਤਮਾ ਦੀ ਗੱਲ ਮੰਨਦਾ ਹਾਂ ਤੇ ਮੈਂ ਕਿਵੇਂ ਲੁੱਟਾਂਗਾ ਤੇ ਮੇਰਾ ਗੁਜ਼ਾਰਾ ਕਿਵੇਂ ਚੱਲੇਗਾ। ਜੇ ਆਪਣਾ ਮੈਂ ਕਿਰਤ ਨਹੀਂ ਕਰਾਂਗਾ, ਕੰਮ ਨਹੀਂ ਕਰਾਂਗਾ, ਮੇਰਾ ਤੇ ਗੁਜ਼ਾਰਾ ਨਹੀਂ ਹੋਣਾ, ਪਰਿਵਾਰ ਵੀ ਮਰ ਜਾਏਗਾ, ਭੁੱਖ ਨਾਲ ਮੈਂ ਵੀ ਮਰ ਜਾਵਾਂ। ਮਹਾਤਮਾ ਦੀ ਗੱਲ ਨੂੰ ਪਰੇ ਕੀਤਾ ਤੇ ਹੱਥ ਵਿੱਚ ਡੰਡਾ ਫੜਿਆ ਹੋਇਆ ਉਹ ਜਿਹੜਾ ਨੌਜਵਾਨ ਲੜਕਾ ਜਾ ਰਿਹਾ ਸੀ ਨਾ, ਉਹਦੇ ਸਿਰ ਵਿੱਚ ਡੰਡਾ ਮਾਰਿਆ ਤੇ ਉਹਨੂੰ ਧਰਤੀ ਤੇ ਡੇਗ ਦਿੱਤਾ, ਸੁੱਟ ਦਿੱਤਾ। ਤੇ ਭੱਜ ਕੇ ਜਾ ਕੇ ਉਹਦੇ ਕੱਪੜੇ ਜਿਸ ਵੇਲੇ
ਕੱਪੜਿਆਂ ਦੀ ਤਲਾਸ਼ੀ ਲਈ ਹੈ, ਉਹਦੀ ਜੇਬ ਦੇ ਵਿੱਚੋਂ ਇੱਕ ਆਨਾ ਮਿਲਿਆ। ਆਨਾ ਕੱਢ ਕੇ ਕੀ ਵੇਖਦਾ, ਨੌਜਵਾਨ ਲੜਕੇ ਨੇ ਸਾਹਮਣੇ ਤੜਫ ਤੜਫ ਕੇ ਜਾਨ ਦਿੱਤੀ ਹੈ, ਮਰ ਗਿਆ ਵਿਚਾਰਾ। ਮਨ 'ਤੇ ਬੜਾ ਅਸਰ ਪਿਆ। ਮਹਾਤਮਾ ਕਹਿੰਦੇ ਸਨ ਵੀ ਪਾਪ ਦਾ ਫਲ ਮਿਲੇਗਾ। ਮੈਂ ਇੱਕ ਆਨੇ ਬਦਲੇ, ਇੱਕ ਪੈਸੇ ਬਦਲੇ, ਇੱਕ ਟਕੇ ਬਦਲੇ ਇੱਕ ਜਾਨ ਲਈ ਹੈ। ਆਪਣੇ ਘਰ ਵਿੱਚ ਚਲਾ ਗਿਆ, ਜਾ ਕੇ ਉਦਾਸ ਹੋ ਕੇ ਮੰਜੇ 'ਤੇ ਬੈਠ ਗਿਆ। ਨਾ ਕੋਈ ਪ੍ਰਸ਼ਾਦਾ ਛਕਿਆ, ਨਾ ਕੋਈ ਪਾਣੀ ਪੀਤਾ, ਨਾ ਗੱਲਬਾਤ ਕੀਤੀ, ਉਦਾਸ ਹੈ। ਉਹ ਜਿਹੜਾ ਪਾਪ ਕੀਤਾ ਉਹ ਸੋਚਦਾ ਪਿਆ ਵੀ ਇਹ ਮੇਰੇ ਕੋਲੋਂ ਹੋਇਆ ਤੇ ਮੈਨੂੰ ਸਜ਼ਾ ਕੀ ਮਿਲੇਗੀ। ਇੰਨੇ ਚਿਰ ਨੂੰ ਇਹਦੀ ਮਾਂ ਕੋਲ ਆ ਗਈ ਤੇ ਮਾਂ ਨੇ ਪੁੱਛਿਆ, ਕਹਿਣ ਲੱਗੀ ਪੁੱਤਰ ਗੱਲ ਕੀ ਹੈ? ਤੇ ਫਿਰ ਦੱਸਿਆ। ਕਹਿਣ ਲੱਗਾ ਇੱਕ ਮਹਾਤਮਾ ਮਿਲੇ ਸਨ ਤੇ ਉਹ ਕਹਿੰਦੇ ਸਨ ਵੀ ਪਾਪ ਕਰਮ ਨਾ ਕਰਿਆ ਕਰ, ਲੇਖਾ ਦੇਣਾ ਪੈਂਦਾ ਹੈ, ਪਰ ਮੈਂ ਅੱਜ ਇੱਕ ਬੰਦਾ ਮਾਰ ਬੈਠਾ ਹਾਂ ਤੇ ਉਹਦੇ ਕੋਲੋਂ ਟਕਾ ਹੀ ਮਿਲਿਆ ਤੇ ਮੈਂ ਪਛਤਾਉਂਦਾ ਪਿਆ ਵੀ ਇੱਕ ਟਕੇ ਬਦਲੇ ਬੰਦਾ ਮਾਰਿਆ। ਜੇ ਮੈਨੂੰ ਹੋਰ ਟਕੇ ਚਾਹੀਦੇ ਹੋਏ ਤੇ ਕਿੰਨੇ ਲੋਕਾਂ ਨੂੰ ਮਾਰਾਂਗਾ ਤੇ ਉਹਨਾਂ ਦੇ ਮਾਰਨ ਦਾ ਕਿੰਨਾ ਪਾਪ ਲੱਗੇਗਾ। ਮਾਂ ਨੇ ਸੋਚਿਆ ਜੇ ਇਹਨੂੰ ਇਸ ਤਰ੍ਹਾਂ ਗੱਲਾਂ ਦੇ ਨਾਲ ਸਮਝਾਇਆ ਤੇ ਸਮਝੇਗਾ ਨਹੀਂ। ਕਹਿਣ ਲੱਗੀ ਲਿਆ ਪੁੱਤਰ, ਜਿਹੜਾ ਤੂੰ ਟਕਾ ਲੈ ਕੇ ਆਇਆ ਨਾ ਮੈਨੂੰ ਦੇ। ਟਕਾ ਫੜਿਆ, ਆਪ ਚਲੇਗੀ ਬਾਜ਼ਾਰ ਦੇ ਵਿੱਚ। ਬਾਜ਼ਾਰ ਦੇ ਵਿੱਚ ਜਾ ਕੇ ਉਸ ਦੁਕਾਨ 'ਤੇ ਪਹੁੰਚੀ ਹੈ ਜਿਹਦੇ ਕੋਲ ਮੱਛੀ ਦੇ ਨਿੱਕੇ ਨਿੱਕੇ ਪੂੰਗ ਨੇ, ਨਿੱਕੇ ਨਿੱਕੇ ਬੱਚੇ। ਜਾ ਕੇ ਉਸ ਵਿਅਕਤੀ ਨੂੰ ਆਖਿਆ, ਕਹਿਣ ਲੱਗੀ ਆ ਇੱਕ ਟਕੇ ਦੇ ਜਿੰਨੇ ਪੂੰਗ ਆਉਂਦੇ ਨੇ, ਮੱਛੀ ਦੇ ਜਿੰਨੇ ਬੱਚੇ ਆਉਂਦੇ ਨੇ ਮੈਨੂੰ ਦੇ ਦੇ। ਵੱਡੀ ਮੱਛੀ ਤਾਂ ਨਹੀਂ ਲਈ ਹੈ ਕਿ ਵੱਡੀ ਮੱਛੀ ਤੋਲੀ ਜਾਏਗੀ ਮਾਸ ਦੇ ਹਿਸਾਬ ਦੇ ਨਾਲ, ਪੈਸੇ ਦੇ ਹਿਸਾਬ ਦੇ ਨਾਲ ਉਹ ਕੱਟੀ ਹੋਈ ਜਾਂ ਵੱਢੀ ਹੋਈ ਮਿਲੇਗੀ, ਪਰ ਨਿੱਕੇ ਪੂੰਗ ਬਿਲਕੁਲ ਹੌਲੇ ਨੇ, ਇਹਨਾਂ ਦਾ ਵਜ਼ਨ ਹੀ ਕੋਈ ਨਹੀਂ ਹੈ, ਬਹੁਤੇ ਆ ਜਾਣਗੇ, ਮੈਂ ਬਹੁਤੇ ਲੈ ਕੇ ਜਾਣੇ। ਇੱਕ ਟਕਾ ਦੇ ਕੇ ਤੇ ਛੋਟੇ ਛੋਟੇ ਮੱਛੀ ਦੇ ਨਿੱਕੇ ਨਿੱਕੇ ਬੱਚੇ, ਮੱਖੀਆਂ ਜਿੱਡੇ, ਭਾਂਡੇ ਵਿੱਚ ਪਵਾ ਲੈ, ਥੋੜ੍ਹਾ ਪਾਣੀ ਪਾ ਲਿਆ ਤੇ ਲੈ ਕੇ ਘਰ ਆ ਗਈ ਹੈ। ਘਰ ਆ ਕੇ ਆਪਣੇ ਪੁੱਤਰ ਦੇ ਸਾਹਮਣੇ ਉਹ ਭਾਂਡਾ ਜਿਹੜਾ ਸੀ ਨਾ ਪੂੰਗਾਂ ਵਾਲਾ, ਮੱਛੀ ਦੇ ਬੱਚਿਆਂ ਵਾਲਾ, ਉਹ ਲਿਆ ਕੇ ਉਹਦੇ ਸਾਹਮਣੇ ਉਲਟਾ ਕਰ ਦਿੱਤਾ। ਪਾਣੀ ਡੁੱਲ ਗਿਆ। ਉਹ ਨਿੱਕੇ ਨਿੱਕੇ ਬੱਚੇ ਸਾਨੂੰ ਤੜਫ ਤੜਫ ਕੇ ਮਰਨੇ ਸ਼ੁਰੂ ਹੋ ਗਏ। ਧਰਤੀ ਤੋਂ ਉੱਪਰ ਨੂੰ ਉੱਠਦੇ ਨੇ, ਫਿਰ ਥੱਲੇ ਡਿੱਗਦੇ, ਤੜਫਦੇ ਪਏ। ਲੜਕਾ ਵੇਖ ਕੇ ਬੜਾ ਹੈਰਾਨ ਹੈ। ਪੁੱਛਿਆ ਮਾਂ ਇਹ ਕੀ ਕੀਤਾ ਹੈ? ਤੇ ਮਾਂ ਨੇ ਆਖਿਆ, ਕਹਿਣ ਲੱਗੀ ਪੁੱਤਰਾ ਤੂੰ ਸੋਚਦਾ ਪਿਆ ਵੀ ਤੂੰ ਇੱਕ ਟਕੇ ਬਦਲੇ ਇੱਕ ਜੀਵ ਮਾਰਿਆ, ਇੱਕ ਹੱਤਿਆ ਕੀਤੀ ਹੈ ਤੇ ਤੈਨੂੰ ਪਾਪ ਲੱਗੇਗਾ, ਤੈਨੂੰ ਦੁੱਖ ਲੱਗੇਗਾ। ਵੇਖ ਦੁਕਾਨਦਾਰ ਨੇ ਵੀ ਮੇਰੇ ਕੋਲੋਂ ਟਕਾ ਲਿਆ ਤੇ ਉਹਨੇ ਕਿੰਨੀਆਂ ਜਿੰਨਾਂ ਨੂੰ ਮਾਰਨ ਵਾਸਤੇ ਮੇਰੇ ਹਵਾਲੇ ਕਰ ਦਿੱਤਾ, ਤੇ ਕਿੰਨੀਆਂ ਜਿੰਦਾਂ ਇਹ ਸਾਹਮਣੇ ਤੇਰੇ ਸਾਹਮਣੇ ਤੜਫ ਤੜਫ ਕੇ ਮਰਦੀਆਂ ਪਈਆਂ। ਕਾਹਦੇ ਲਈ? ਇੱਕ ਟਕੇ ਬਦਲੇ। ਜੇ ਇੱਕ ਦੁਕਾਨਦਾਰ ਇੱਕ ਟਕੇ ਬਦਲੇ ਇੰਨੀਆਂ ਜਾਨਾਂ ਲੈ ਸਕਦਾ ਹੈ, ਜੇ ਤੂੰ ਇੱਕ ਜਾਨ ਲੈ ਲਈ ਤਾਂ ਕੀ ਹੋਇਆ? ਇਸ ਤਰ੍ਹਾਂ ਦਾ ਉਪਦੇਸ਼ ਦੇ ਕੇ ਆਪਣੇ ਬੱਚੇ ਨੂੰ ਫਿਰ ਉਹਨਾਂ ਕੰਮਾਂ ਵੱਲ, ਪਾਪ ਵੱਲ ਲਾ ਦਿੱਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਹੈ ਮਹਾ ਭਾਰੀ ਮੋਹ ਦੇ ਵਿੱਚ ਮਸਤ ਹੋ ਜਾਣਾ। ਮਾਂ ਨੂੰ ਕੇਵਲ ਇਹ ਮੋਹ ਹੈ ਕਿ ਪੁੱਤਰ ਕਮਾਈ ਕਰਕੇ ਲਿਆਵੇ, ਪਰਿਵਾਰ ਪਾਲੇ। ਇਹ ਕਮਾਈ ਕਿਵੇਂ ਦੀ ਕਰਕੇ ਲਿਆਉਂਦਾ ਮਤਲਬ ਨਹੀਂ, ਜੇ ਪਿੱਛੇ ਹਟਦਾ ਪਾਪ ਦੀ ਕਮਾਈ ਤੋਂ ਤਾਂ ਵੀ ਉਹਨੂੰ ਪ੍ਰੇਰਿਤ ਕਰਨਾ। ਤੇ ਪੁੱਤਰ ਦੇ ਮਨ ਵਿੱਚ ਇਹ ਹੈ, ਮੋਹ ਦੇ ਵਿੱਚ ਪਿਆ ਹੋਇਆ, ਜੋ ਮੇਰੀ ਮਾਂ ਕਹਿੰਦੀ ਹੈ ਇਹੀ ਠੀਕ ਹੈ ਕਿ ਮੈਂ ਇਹ ਕਰਮ ਕਰਾਂਗਾ ਤੇ ਤਾਂ ਹੀ ਮੇਰਾ ਪਰਿਵਾਰ ਦਾ ਗੁਜ਼ਾਰਾ ਹੋਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਚਨ ਇਹ ਹੈ ਕਿ ਇਹ ਜਿਹੜਾ ਜੀਵ ਹੈ ਨਾ, ਮਹਾਰਾਜ ਕਹਿਣ ਲੱਗੇ ਅਗਿਆਨ ਮੋਹ ਮਗਨ ਮਹਾ ਪ੍ਰਾਣੀ, ਇਹ ਜਿਹੜਾ ਪ੍ਰਾਣੀ ਹੈ ਬੜੇ ਭਾਰੀ ਮੋਹ ਦੇ ਵਿੱਚ ਮਸਤ ਹੋਇਆ ਪਿਆ। ਪਾਪ ਕਰਨ ਲੱਗਿਆ ਨਹੀਂ ਪਤਾ ਲੱਗਦਾ ਵੀ ਇਹ ਪਾਪ ਹੈ, ਨਹੀਂ, ਮੋਹ ਹੀ ਇੰਨਾ ਪਰਿਵਾਰ ਦਾ ਵੀ ਪਾਪ ਨੂੰ ਵੀ ਕਰ ਹੀ ਜਾਂਦਾ। ਪਰ ਜਿਸ ਵੇਲੇ ਲੇਖਾ ਦੇਣਾ ਪੈ ਗਿਆ, ਲੇਖਾ ਤੇਰੇ ਕੋਲੋਂ ਮੰਗਿਆ ਜਾਣਾ ਹੈ। ਭਾਵੇਂ ਪਾਪ ਦਾ ਭਾਵੇਂ ਪੁੰਨ ਦਾ ਲੇਖਾ ਤੇਰੇ ਕੋਲੋਂ ਲਿਆ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੀਵ ਐਸਾ ਮੋਹ ਦੇ ਵਿੱਚ ਮਗਨ ਮਸਤ ਹੋਇਆ ਹੈ
ਕਿ ਇਹ ਮੋਹ ਦੇ ਵਿੱਚ ਪਿਆ ਹੋਇਆ ਪਾਪ ਕਰਨ ਤੋਂ ਟਲਦਾ ਨਹੀਂ, ਫਿਰ ਬਖਸ਼ਿਸ਼ ਕਰਦੇ ਹਨ। ਅਗਿਆਨ ਮੋਹ ਮਗਨ ਮਹਾਪ੍ਰਾਣੀ ਅੰਧਿਆਰੇ ਮਹਿਦੀਪ। ਸਤਿਗੁਰੂ ਫਰਮਾਉਂਦੇ ਇਹ ਜਿਹੜਾ ਮਹਾ ਮੋਹ ਹੈ ਨਾ ਭਾਈ, ਇਹ ਅਗਿਆਨਤਾ ਕਰਕੇ ਹੈ। ਜਿਹੜਾ ਬੰਦਾ ਤੇ ਅਗਿਆਨੀ ਹੈ, ਜਿਹਨੂੰ ਗਿਆਨ ਨਹੀਂ, ਉਹ ਤੇ ਮੋਹ ਵਿੱਚ ਫਸ ਜਾਏਗਾ। ਜਿਹਨੂੰ ਗਿਆਨ ਸਤਿਗੁਰਾਂ ਨੇ ਦੇ ਦਿੱਤਾ, ਗਿਆਨ ਅੰਜਨ ਗੁਰ ਦੀਆ, ਗਿਆਨ ਦੇ ਜਿਹਨੂੰ ਗੁਰੂ ਨੇ ਗਿਆਨ ਦਾ ਸੁਰਮਾ ਪਾ ਦਿੱਤਾ ਅੱਖਾਂ ਦੇ ਵਿੱਚ, ਅਗਿਆਨ ਅੰਧੇਰ ਬਨਾਸ, ਉਹਦਾ ਅਗਿਆਨਤਾ ਦਾ ਹਨੇਰਾ ਨਾਸ ਹੋ ਜਾਏਗਾ, ਦੂਰ ਹੋ ਜਾਏਗਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਹਰੀ ਪ੍ਰਮਾਤਮਾ ਕਿਰਪਾ ਕਰੇ ਤੇ ਸਾਧੂ ਦਾ ਸੰਗ, ਗੁਰੂ ਦਾ ਸੰਗ, ਸਾਧ ਸੰਗਤ ਤਾਂ ਮਿਲਦੀ ਹੈ, ਗੁਰੂ ਦੀ ਕਿਰਪਾ ਬਿਨਾਂ ਨਹੀਂ ਮਿਲਦੀ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਹਾ ਅਗਿਆਨ, ਇਹ ਜਿਹੜਾ ਬਹੁਤ ਭਾਰੀ ਅਗਿਆਨ ਹੈ, ਜਿਹਦੇ ਵਿੱਚ ਪੈ ਕੇ ਇਹ ਜੀਵ ਮੋਹ ਵਿੱਚ ਮਸਤ ਹੋ ਜਾਂਦਾ ਹੈ, ਇਸ ਅੰਧਿਆਰੇ ਨੂੰ ਦੂਰ ਕਰਨ ਵਾਸਤੇ ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ ਦੀਪ ਕਹੀਏ, ਦੀਵਾ ਹੈ। ਜਿਵੇਂ ਕਮਰੇ ਦੇ ਵਿੱਚ ਹਨੇਰਾ ਹੋਵੇ ਤੇ ਆਪਾਂ ਦੀਵਾ ਜਗਾ ਦਈਏ ਤੇ ਚਾਨਣ ਹੋ ਜਾਂਦਾ ਹੈ। ਹਰੇਕ ਚੀਜ਼ ਸਾਨੂੰ ਲੱਭਣ ਲੱਗ ਪੈਂਦੀ ਹੈ, ਦਿਸਣ ਲੱਗ ਪੈਂਦੀ ਹੈ। ਬਿਲਕੁਲ ਇਸੇ ਤਰ੍ਹਾਂ ਅਗਿਆਨਤਾ ਦੇ ਹਨੇਰੇ ਵਿੱਚ ਗੁਰੂ ਦਾ ਸ਼ਬਦ ਪ੍ਰਕਾਸ਼ ਕਰਨ ਵਾਲਾ ਦੀਵਾ ਹੈ। ਜਦੋਂ ਗੁਰੂ ਦੇ ਸ਼ਬਦ ਨੂੰ ਪੜ੍ਹੇਗਾ, ਉਸ ਵੇਲੇ ਇਹ ਤੈਨੂੰ ਗਿਆਨ ਹੋ ਜਾਵੇਗਾ ਵੀ ਆਹ ਪਾਪ ਕਰਮ ਹੈ, ਪੁੰਨ ਕਰਮ ਹੈ, ਇਹਦਾ ਮੈਨੂੰ ਦੁੱਖ ਮਿਲੇਗਾ, ਇਸ ਚੀਜ਼ ਦਾ ਮੈਨੂੰ ਸੁੱਖ ਮਿਲੇਗਾ। ਪਰ ਇਹ ਗੁਰੂ ਦੇ ਸ਼ਬਦ ਦੇ ਗਿਆਨ ਦੇ ਨਾਲ ਸੋਝੀ ਆਉਣੀ ਹੈ। ਇਹ ਆਪਾਂ ਸੰਗਤ ਵਿੱਚ ਬੈਠੇ ਹਾਂ ਨਾ, ਸੰਗਤ ਵਿੱਚ ਬੈਠ ਕੇ ਇਹ ਸਿੱਖਿਆ ਮਿਲਦੀ ਪਈ ਹੈ। ਇਤਿਹਾਸਕਾਰਾਂ ਨੇ ਇੱਕ ਸਾਖੀ ਲਿਖੀ ਹੈ ਵੀ ਗਿਆਨ ਸੰਗਤ ਵਿੱਚੋਂ ਕਿਵੇਂ ਮਿਲਦਾ। ਇੱਕ ਬਹੁਤ ਭਾਰੀ ਚੋਰਾਂ ਦਾ ਪਿੰਡ ਹੈ, ਸਾਰਾ ਪਿੰਡ ਹੀ ਚੋਰੀ ਕਰਨ ਵਾਲਾ। ਜਿਵੇਂ ਅੱਜ ਆਪਾਂ ਵੇਖਦੇ ਨਾ, ਕਈ ਪਿੰਡਾਂ ਦਾ ਕੰਮ ਹੈ ਨਸ਼ਾ ਵੇਚਣਾ, ਉਹ ਸਾਰਾ ਪਿੰਡ ਹੀ ਨਸ਼ਾ ਵੇਚਦਾ, ਮਸ਼ਹੂਰ ਹੋ ਗਿਆ ਨਸ਼ੇ ਵਿੱਚ। ਚੋਰਾਂ ਦਾ ਪਿੰਡ ਹੈ ਤੇ ਸਾਰੇ ਪਿੰਡ ਦੇ ਲੋਕ ਚੋਰੀ ਕਰਦੇ। ਇਹਨਾਂ ਪਿੰਡ ਵਾਲਿਆਂ ਨੇ ਇਹ ਪ੍ਰਣ ਕੀਤਾ ਹੋਇਆ ਹੈ, ਆਪਾਂ ਕਦੇ ਕਿਸੇ ਸਾਧੂ ਸੰਤ ਦੀ ਕਥਾ ਨਹੀਂ ਸੁਣਨੀ, ਕੋਈ ਬਚਨ ਨਹੀਂ ਸੁਣਨਾ। ਹੁਣ ਮਨ ਵਿੱਚ ਇਹ ਵਿਚਾਰ ਹੈ ਵੀ ਸਾਧੂ ਸੰਤ ਨੇ ਗੱਲ ਚੰਗੀ ਕਹਿਣੀ ਹੈ, ਸਾਡਾ ਇਹ ਕੰਮ ਛੁੱਟ ਜਾਣਾ, ਸਾਡੇ ਬੱਚੇ ਚੋਰੀ ਕਰਨ ਤੋਂ ਹਟ ਜਾਣਗੇ। ਆਪਾਂ ਕਿਸੇ ਨੇ ਦੀਵਾਨ ਦੇ ਵਿੱਚ ਨਹੀਂ ਕਦੇ ਵੀ ਜਾਣਾ, ਕਥਾ ਕੀਰਤਨ ਕਦੇ ਨਹੀਂ ਸੁਣਨਾ, ਰੱਬ ਦੀ ਗੱਲ ਕਦੇ ਨਹੀਂ ਸੁਣਨੀ। ਇਹ ਆਪਣੇ ਪਿੰਡ ਸਾਰੇ ਦਾ ਪ੍ਰਣ ਹੈ। ਤੇ ਜੇ ਕਿਤੇ ਆਪਾਂ ਨੂੰ ਲੰਘਦਿਆਂ, ਕਿਤੇ ਆਪਾਂ ਰਸਤੇ 'ਤੇ ਜਾਂਦੇ ਹੋਈਏ ਤੇ ਰਸਤੇ ਵਿੱਚ ਕੀਰਤਨ ਕਥਾ ਹੋ ਰਹੀ ਆ, ਗਿਆਨ ਹੋ ਰਿਹਾ, ਤੇ ਆਪਾਂ ਅੰਦਰ ਤੇ ਨਹੀਂ ਜਾਣਾ, ਪਰ ਬਾਹਰੋਂ ਵੀ ਨਿਕਲਣ ਲੱਗਿਆਂ ਕੰਨਾਂ ਵਿੱਚ ਉਂਗਲਾਂ ਦੇ ਲੈਣੀਆਂ, ਦੋਨੇ ਕੰਨਾਂ ਵਿੱਚ ਉਂਗਲਾਂ ਪਾ ਕੇ ਤੇ ਫਿਰ ਲੰਘਣਾ ਕੋਲ ਦੀ। ਜੇ ਕਿਤੇ ਮਜਬੂਰੀ ਵਿੱਚ ਲੰਘਣਾ ਪੈ ਜਾਵੇ, ਉਹਦਾ ਕਾਰਨ ਕੀ ਹੈ? ਕੰਨਾਂ ਵਿੱਚ ਆਵਾਜ਼ ਨਾ ਪੈ ਜਾਵੇ। ਸਾਰੇ ਪਿੰਡ ਨੇ ਪ੍ਰਣ ਕੀਤਾ ਹੋਇਆ। ਇੱਕ ਨਗਰ ਦੇ ਵਿੱਚ ਮਹਾਤਮਾ ਆਏ ਹੋਏ, ਉਹ ਸਾਰੇ ਪਿੰਡ ਨੂੰ ਉਪਦੇਸ਼ ਦਿੰਦੇ ਪਏ, ਗੁਰਮੁਖੋ ਇੱਕ ਚੋਰ ਚੋਰੀ ਕਰਨ ਕਿਤੇ ਗਿਆ ਹੋਇਆ, ਤੇ ਜਦੋਂ ਲੰਘਣਾ ਪਿਆ ਨਾ, ਉਹ ਮਹਾਤਮਾ ਦੇ ਕੋਲ ਦੀ, ਸੰਗਤ ਦੇ ਕੋਲ ਦੀ ਲੰਘਣਾ ਪਿਆ, ਤੇ ਉਹ ਪਿੰਡ ਵਾਲਿਆਂ ਦਾ ਬਚਨ ਚੇਤੇ ਆ ਗਿਆ ਵੀ ਪਹਿਲੀ ਤੇ ਗੱਲ ਹੈ ਵੀ ਜਿੱਥੇ ਸੰਗਤ ਹੋਵੇ ਉੱਥੋਂ ਲੰਘਣਾ ਹੀ ਨਹੀਂ ਹੈ, ਤੇ ਜੇ ਲੰਘਣਾ ਪੈ ਜਾਵੇ ਤੇ ਕੰਨਾਂ ਵਿੱਚ ਉਂਗਲਾਂ ਦੇ ਲੈਣੀਆਂ। ਉਹਨੇ ਦੋਨੇ ਉਂਗਲਾਂ ਆਪਣੇ ਦੋ ਕੰਨਾਂ ਵਿੱਚ ਪਾ ਲਈਆਂ। ਮੈਂ ਨਹੀਂ ਸੁਣਦਾ ਪਿਆ ਵੀ ਇਹ ਕੀ ਕਹਿੰਦੇ ਪਏ। ਜਦੋਂ 2-4 ਕਦਮ ਚੱਲਿਆ ਤੇ ਪੈਰਾਂ ਵਿੱਚ ਕੰਡਾ ਵੱਜ ਗਿਆ। ਹੁਣ ਕੰਡਾ ਕੱਢਣ ਵਾਸਤੇ ਹੱਥ ਲਾਉਣਾ ਪਵੇਗਾ ਤੇ ਉਂਗਲ ਕੱਢਣੀ ਪਵੇਗੀ ਕੰਨ ਵਿੱਚੋਂ। ਜਦੋਂ ਕੰਨ ਵਿੱਚੋਂ ਉਂਗਲ ਕੱਢੀ ਤੇ ਕੰਡਾ ਕੱਢਣ ਲੱਗਾ ਤੇ ਕੰਨਾਂ ਵਿੱਚ ਆਵਾਜ਼ ਪਈ। ਮਹਾਤਮਾ ਕਹਿ ਰਹੇ ਸਨ ਵੀ ਰੱਬ ਦਾ ਨਾਮ ਜਪਣਾ ਚਾਹੀਦਾ। ਜਿਹੜਾ ਰੱਬ ਦਾ ਨਾਮ ਨਹੀਂ ਜਪਦਾ, ਉਹ ਭੂਤਾਂ ਪ੍ਰੇਤਾਂ ਵਾਲੀ ਜ਼ਿੰਦਗੀ ਉਸ ਨੂੰ ਪ੍ਰਾਪਤ ਹੁੰਦੀ ਹੈ, ਤੇ ਭੂਤਾਂ ਪ੍ਰੇਤਾਂ ਦੇ ਪੈਰ ਪੁੱਠੇ ਹੁੰਦੇ, ਉਲਟੇ ਪੈਰ ਹੁੰਦੇ। ਗੱਲ ਕੰਨਾਂ ਵਿੱਚ ਪੈ ਗਈ ਹੈ ਵੀ ਪ੍ਰੇਤ ਦੇ, ਭੂਤ ਦੇ ਪੈਰ ਪੁੱਠੇ ਹੁੰਦੇ ਨੇ। ਪੈਰ ਵਿੱਚੋਂ ਕੰਡਾ ਕੱਢਿਆ ਤੇ ਫਿਰ ਉਸੇ ਤਰ੍ਹਾਂ ਕੰਨਾਂ ਵਿੱਚ ਉਂਗਲਾਂ ਲਈਆਂ, ਚਲਾ ਗਿਆ। ਇਲਾਕੇ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਰਾਜੇ ਨੂੰ, ਰਾਜਾ ਇਸ ਪਿੰਡ ਵਿੱਚ ਚੋਰੀ ਬਹੁਤ ਹੁੰਦੀ ਹੈ। ਤੇ ਰਾਜੇ ਨੇ ਕੀ ਕੀਤਾ, ਉਸ ਵੇਲੇ
ਐਲਾਨ ਕੀਤਾ ਵੀ ਜਿਹੜਾ ਇਸ ਪਿੰਡ ਦੇ ਵਿੱਚੋਂ ਮੈਨੂੰ ਖਬਰ ਲਿਆ ਕੇ ਦੇਵੇ ਵੀ ਕਿਹੜਾ ਬੰਦਾ ਕੀ ਕਰਦਾ, ਕਿੱਥੇ ਚੋਰੀ ਕਰਦਾ, ਮੈਂ ਵੱਡਾ ਭਾਰੀ ਇਨਾਮ ਦੇਵਾਂਗਾ। ਤੇ ਕਹਿਣ ਲੱਗੇ ਸ਼ਹਿਰ ਦੇ ਵਿੱਚੋਂ ਇੱਕ ਵੇਸਵਾ ਆ ਗਈ। ਵੇਸਵਾ ਨੇ ਆ ਕੇ ਆਖਿਆ ਵੀ ਰਾਜਾ ਇਹ ਕੰਮ ਮੈਂ ਕਰ ਸਕਦੀ ਹਾਂ। ਰਾਜੇ ਨੇ ਕਿਹਾ ਜੇ ਤੂੰ ਮੈਨੂੰ ਪੂਰਾ ਭੇਦ ਲਿਆ ਕੇ ਦੱਸ ਦੇਵੇਂ ਵੀ ਚੋਰੀ ਕਿਵੇਂ ਤੇ ਕਦੋਂ ਕਰਦੇ ਨੇ, ਮੈਂ ਤੈਨੂੰ ਮੂੰਹੋਂ ਮੰਗਿਆ ਇਨਾਮ ਦੇਵਾਂਗਾ। ਇਹ ਵੇਸਵਾ ਨੇ ਬੜੇ ਸੋਹਣੇ ਕੱਪੜੇ ਪਾਏ, ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਦੇਵੀ ਹੈ। ਦੇਵੀ ਬਣ ਕੇ ਉਸੇ ਚੋਰ ਦੇ ਘਰ ਚਲੇਗੀ ਜਿਹਦੇ ਪੈਰ ਵਿੱਚ ਕੰਡਾ ਵੱਜਿਆ ਹੋਇਆ। ਜਾ ਕੇ ਆਖਦੀ ਭਗਤਾ ਮੈਂ ਤੇਰੇ ਤੇ ਬੜੀ ਖੁਸ਼ ਹੋਈ ਹਾਂ, ਤੂੰ ਬੜਾ ਚੰਗਾ ਵਿਅਕਤੀ ਹੈ, ਤੇਰਾ ਮਨ ਬੜਾ ਸਾਫ਼। ਬੰਦਾ ਭਾਵੇਂ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ ਤੇ ਕਿੰਨੇ ਵੀ ਮਾੜੇ ਕਰਮ ਕਿਉਂ ਨਾ ਕਰਦਾ ਹੋਵੇ, ਉਹਨੂੰ ਇਹ ਗੱਲ ਕਹਿ ਦਈਏ ਵੀ ਤੇਰਾ ਮਨ ਬੜਾ ਸਾਫ਼ ਹੈ, ਉਹ ਬੜਾ ਖੁਸ਼ ਹੋ ਜਾਂਦਾ ਵੀ ਵਾਕਿਆ ਹੀ ਮੈਂ ਸਾਫ਼ ਮਨ ਵਾਲਾ। ਕਦੇ ਨਹੀਂ ਕੋਈ ਮੰਨਦਾ ਵੀ ਮੇਰਾ ਮਨ ਬੜਾ ਮੈਲਾ, ਹਰੇਕ ਕਹਿੰਦਾ ਵੀ ਮੈਂ ਹੀ ਹਾਂ ਅੰਦਰੋਂ ਸਾਫ਼। ਦੇਵੀ ਨੇ ਜਾ ਕੇ ਆਖਿਆ, ਕਹਿਣ ਲੱਗੀ ਭਗਤਾ ਵੀ ਤੇਰਾ ਮਨ ਬੜਾ ਸਾਫ਼ ਹੈ, ਮੈਂ ਤੇਰੇ ਤੇ ਖੁਸ਼ ਹੋਈ ਆ। ਗੱਲਾਂ ਬਾਤਾਂ ਦੇ ਵਿੱਚ ਲਾਇਆ ਤੇ ਜਿਵੇਂ ਜਿਵੇਂ ਦੇਵੀ ਬਚਨ ਕਰਦੀ ਹੈ ਇਹ ਵੀ ਕਰਦਾ। ਤੇ ਫਿਰ ਦੇਵੀ ਨੇ ਪੁੱਛ ਹੀ ਲਿਆ ਵੀ ਤੁਸੀਂ ਚੋਰੀ ਕਿਵੇਂ ਕਰਦੇ ਹੋ, ਇਹ ਕਰਮ ਕਿਵੇਂ ਕਰਦੇ ਹੋ, ਕਿਸ ਤਰ੍ਹਾਂ ਤੁਸੀਂ ਇਹ ਸਿੱਖਿਆ ਲਈ ਹੈ, ਕਿਵੇਂ ਇਸ ਨੂੰ ਅੰਜਾਮ ਦਿੰਦੇ ਹੋ। ਦੇਵੀ ਦਾ ਰੂਪ ਜਾਣ ਕੇ ਜਦੋਂ ਦੱਸਣ ਲੱਗਾ ਨਾ ਵੀ ਚਲੋ ਦੱਸ ਦਿੰਦੇ ਆ, ਜੇ ਪੁੱਛਦੀ ਪਈ ਹੈ ਦੱਸਣ ਤੋਂ ਪਹਿਲਾਂ ਉਹ ਮਹਾਤਮਾ ਦੀ ਗੱਲ ਚੇਤੇ ਆ ਗਈ। ਮਹਾਤਮਾ ਕਹਿੰਦੇ ਸਨ ਵੀ ਪੈਰ ਪੁੱਠਾ ਹੁੰਦਾ, ਪਹਿਲਾਂ ਮੈਂ ਵੇਖ ਤਾਂ ਲਵਾਂ ਵੀ ਇਹਦੇ ਪੈਰ ਪੁੱਠੇ ਕਿ ਸਿੱਧੇ, ਇਹ ਕੋਈ ਮੇਰਾ ਭੇਦ ਲੈਣ ਵਾਸਤੇ ਨਾ ਆ ਗਈ ਹੋਵੇ। ਤੇ ਗੱਲਾਂ ਕਰਦਿਆਂ ਕਰਦਿਆਂ ਜਦੋਂ ਪੈਰਾਂ ਵੱਲ ਵੇਖਿਆ ਤੇ ਪੈਰ ਤੇ ਇਨਸਾਨ ਦੇ ਸਿੱਧੇ ਹੀ ਹੁੰਦੇ। ਸਮਝ ਗਿਆ ਉਸੇ ਵੇਲੇ ਵੀ ਇਹ ਕੋਈ ਔਰਤ ਹੈ ਜਿਹੜੀ ਦੇਵੀ ਬਣ ਕੇ ਆਈ ਹੈ ਮੇਰਾ ਭੇਦ ਲੈਣ ਵਾਸਤੇ, ਇਹ ਕਿਸੇ ਨੇ ਮੈਨੂੰ ਫੜਨ ਵਾਸਤੇ ਭੇਜੀ ਹੈ। ਇਹ ਗੱਲ ਸਮਝ ਕੇ ਉਸੇ ਵੇਲੇ ਆਪਣੇ ਬਚਨਾਂ ਤੋਂ ਬਦਲ ਗਿਆ, ਨਹੀਂ ਇਹ ਤੇ ਮੈਂ ਕੰਮ ਕਰਦਾ ਹੀ ਨਹੀਂ। ਵੇਸਵਾ ਨੇ ਯਤਨ ਤੇ ਬੜਾ ਕੀਤਾ ਪਰ ਉਹਦੇ ਕੋਲੋਂ ਭੇਦ ਕੋਈ ਨਹੀਂ ਲੈ ਸਕੀ। ਰਾਜੇ ਨੂੰ ਜਾ ਕੇ ਕਹਿਣਾ ਪਿਆ ਵੀ ਰਾਜਾ ਮੈਂ ਉਹਦੇ ਕੋਲੋਂ ਭੇਦ ਕੋਈ ਨਹੀਂ ਕਢਵਾ ਸਕੀ ਹਾਂ। ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਸੰਗਤ ਦਾ ਇਹ ਏਡਾ ਵੱਡਾ ਲਾਭ ਹੈ ਕਿ ਜੇ ਉਹ ਪੰਡ ਚੋਕੇ ਚੋਰੀ ਦੀ ਨਿਕਲਦਾ ਵੀ ਪਿਆ ਨਾ ਕੋਲੋਂ ਤੇ ਕੰਨਾਂ ਵਿੱਚ ਇੱਕੋ ਆਵਾਜ਼ ਪਈ, ਉਸ ਇੱਕ ਆਵਾਜ਼ ਸੰਗਤ ਦੇ ਨੇ ਜ਼ਿੰਦਗੀ ਬਦਲ ਦਿੱਤੀ। ਨਹੀਂ ਤੇ ਰਾਜੇ ਨੇ ਫੜ ਕੇ ਮਾਰ ਦੇਣਾ ਸੀ, ਜਾਨ ਵੀ ਜਾਣੀ ਸੀ, ਕੁੱਟ ਵੀ ਪੈਣੀ ਸੀ, ਪਰ ਇੱਕ ਬਚਨ ਨੇ ਜ਼ਿੰਦਗੀ ਬਦਲ ਦਿੱਤੀ, ਬਚ ਗਿਆ ਸਜ਼ਾ ਮਿਲਣ ਤੋਂ। ਇਹ ਸੰਗਤ ਦਾ ਫਲ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੰਗਤ ਵਿੱਚ ਆ ਕੇ ਗਿਆਨ ਦਾ ਦੀਵਾ ਜਗਦਾ, ਇੱਥੋਂ ਗਿਆਨ ਮਿਲਦਾ ਹੈ। ਫਿਰ ਸਾਨੂੰ ਪਤਾ ਲੱਗਦਾ ਹੈ ਵੀ ਆਹ ਅਗਿਆਨਤਾ ਦਾ ਕਰਮ ਹੈ, ਆਹ ਪਾਪ ਦਾ ਕਰਮ ਹੈ, ਆਹ ਦੁੱਖ ਦਾ ਕਰਮ ਹੈ। ਪਰ ਪਤਾ ਉਦੋਂ ਲੱਗੇਗਾ ਜਦੋਂ ਗੁਰੂ ਦੇ ਕੋਲ ਆ ਕੇ ਗਿਆਨ ਦਾ ਦੀਵਾ ਜਗਾਵਾਂਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੰਧਿਆਰੇ ਮਹਿਦੀਪ, ਗੁਰੂ ਦਾ ਸ਼ਬਦ ਹਨੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਦੀਵਾ ਹੈ, ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦੇਣ ਵਾਲਾ ਹੈ। ਰਹਾਓ ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ। ਸਤਿਗੁਰੂ ਬਖਸ਼ਿਸ਼ ਕਰਦੇ ਆ ਪ੍ਰੀਤਮ ਪਿਆਰੇ ਪ੍ਰਮਾਤਮਾ, ਆਪ ਜੀ ਦਾ ਦਰਸ਼ਨ ਕਰਨਾ ਸਫਲਾ ਹੈ। ਸਫਲੇ ਦਰਸ਼ਨ ਨੇ ਆਪ ਜੀ ਦੇ, ਜਦੋਂ ਦਰਸ਼ਨ ਕਰ ਲੈਂਦੇ ਮਨ ਵੀ ਸਫਲਾ ਤਨ ਵੀ ਸਫਲਾ ਹੋ ਜਾਂਦਾ ਹੈ। ਚਰਨ ਕਮਲ ਆਨੂਪ, ਆਪ ਜੀ ਦੇ ਜਿਹੜੇ ਚਰਨ ਨੇ ਉਹ ਕਮਲਾਂ ਵਰਗੇ ਨੇ। ਕਮਲ ਦਾ ਫੁੱਲ ਬੜਾ ਹੀ ਨਾਜ਼ੁਕ ਮੰਨਿਆ ਜਾਂਦਾ, ਬੜਾ ਸੋਹਣਾ ਮੰਨਿਆ ਜਾਂਦਾ। ਜਦੋਂ ਪ੍ਰਮਾਤਮਾ ਦੇ ਸੋਹਣੇ ਪੁਣੇ ਦੀ ਗੱਲ ਆਉਂਦੀ ਹੈ ਉੱਥੇ ਇਹ ਗੱਲ ਆਵੇਗੀ ਵੀ ਪ੍ਰਮਾਤਮਾ ਦੇ ਚਰਨ ਕਮਲ ਵਰਗੇ ਨੇ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਚਰਨ ਕਮਲ ਅਨੂਪ, ਆਪ ਜੀ ਦੇ ਜਿਹੜੇ ਚਰਨ ਨੇ ਉਹ ਕਮਲਾਂ ਵਰਗੇ ਸੋਹਣੇ। ਤੇ ਅਨੂਪ ਕਹੀਏ ਉਪਮਾ ਤੋਂ ਰਹਿਤ, ਤੁਹਾਡੀ ਉਪਮਾ ਕੋਈ ਨਹੀਂ ਕਰ ਸਕਦਾ, ਤੁਹਾਡੇ ਗੁਣ ਕੋਈ ਗਾ ਨਹੀਂ ਸਕਦਾ, ਐਸੇ ਗੁਣਾਂ ਦੇ ਆਪ ਜੀ ਮਾਲਕ ਹੋ। ਅਨੇਕ ਬਾਰ ਕਰੋ ਤਹਿ ਬੰਦਨ, ਉਹਨਾਂ ਸੋਹਣੇ ਚਰਨਾਂ ਦੇ ਉੱਪਰ ਮੈਂ ਇੱਕ ਵਾਰੀ ਨਹੀਂ ਮੈਂ ਕਈ ਵਾਰੀ ਨਮਸਕਾਰ ਕਰਦਾ। ਡੰਡੌਤ ਬੰਦਨ ਅਨਕ ਬਾਰ, ਅਨਕ ਤੋਂ ਭਾਵ ਹੁੰਦਾ ਬਹੁਤੀ ਵਾਰ, ਕਈ ਵਾਰ। ਪਰ ਸਾਨੂੰ ਤੇ ਮੱਥਾ ਟੇਕਣਾ ਇੱਕ ਵਾਰੀ ਔਖਾ ਲੱਗਦਾ, ਉਹ ਵੀ ਨਾ ਹੀ ਝੁਕਣਾ ਪਵੇ, ਸਾਰੀ ਜਾਵੇ। ਪਰ ਜਿਹੜੇ ਪ੍ਰੇਮ ਕਰਨ ਵਾਲੇ ਨੇ ਉਹ ਕਹਿਣ ਲੱਗੇ ਤੇਰੇ ਚਰਨਾਂ ਤੇ ਪ੍ਰਮਾਤਮਾ ਸਤਿਗੁਰੂ ਜੀ ਮੈਂ ਇੱਕ ਵਾਰੀ ਨਹੀਂ ਕਈ ਵਾਰੀ ਨਮਸਕਾਰ ਕਰਦਾ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ,
ਦੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ। ਇੱਥੇ ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ, ਅਨਕ ਬਾਰ ਕਰੋ ਤੇ ਬੰਧਨ, ਕਮਲਾਂ ਵਰਗੇ ਸੋਹਣੇ ਚਰਨਾਂ ਤੇ ਮੈਂ ਕਈ ਵਾਰੀ ਨਮਸਕਾਰ ਕਰਦਾ ਹਾਂ। ਮਨ ਹੈ ਚਰਾਵੋ ਧੂਪ, ਆਪ ਜੀ ਦੇ ਸੋਹਣੇ ਚਰਨਾਂ ਦੇ ਉੱਪਰ ਮੈਂ ਧੂਪ ਚੜਾਉਂਦਾ ਹਾਂ। ਧੂਪ ਚੜਾਉਣੀ ਕੀ ਹੈ? ਜਿਹੜਾ ਨਾਮ ਜਪਣਾ ਮਨ ਕਰਕੇ, ਜਾਂ ਜਿਹੜਾ ਦੂਸਰਿਆਂ ਦੇ ਕੋਲੋਂ ਨਾਮ ਜਪਾਉਣਾ। ਮੰਨ ਲਓ ਵੀ ਇੱਕ ਬੰਦਾ ਅੱਗੇ ਕਹਿ ਰਿਹਾ ਵਾਹਿਗੁਰੂ ਵਾਹਿਗੁਰੂ, ਦੂਜੇ ਪਿੱਛੇ ਪਿੱਛੇ ਕਹਿ ਰਿਹਾ ਵਾਹਿਗੁਰੂ। ਇਹ ਜਿਹੜਾ ਆਪ ਨਾਮ ਜਪਣਾ, ਦੂਜਿਆਂ ਦੇ ਕੋਲੋਂ ਨਾਮ ਜਪਾਉਣਾ, ਇਹ ਹੈ ਧੂਪ ਚੜਾਉਣੀ ਹੈ। ਇਹ ਹੈ ਗੁਰੂ ਦੇ ਅੱਗੇ ਭੇਟਾ ਰੱਖਣੀ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਆਪਣੇ ਮਨ ਨੂੰ ਕਹਿ ਕੇ ਨਾਮ ਜਪਾਉਣਾ ਵੀ ਚੱਲ ਮਨਾ ਜਪ। ਸਰੀਰ ਤੇ ਜਪਦਾ ਪਿਆ, ਪਾਠ ਤੇ ਮੈਂ ਕਰਦਾ ਪਿਆ ਸਰੀਰ ਕਰਕੇ, ਪਰ ਮਨ ਨੂੰ ਵੀ ਕਹਿਣਾ ਵੀ ਚੱਲ ਮਨਾ ਜਪ, ਸਾਡਾ ਭਲਾ ਹੋਵੇ। ਇਹ ਕਹਿੰਦੇ ਧੂਪ ਚੜਾਉਣੀ ਹੈ, ਐਸੀ ਬਖਸ਼ਿਸ਼ ਹੁੰਦੀ ਹੈ। ਹਾਰ ਪਰਿਓ ਤੁਮਰਾ ਪ੍ਰਭ ਦੁਆਰਾ, ਦਿਲ ਕਰ ਗਹੀ ਤੁਮਾਰੀ ਲੋਕ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੁਨੀਆ ਵੱਲੋਂ ਥੱਕ ਕੇ, ਹਾਰ ਕੇ, ਟੁੱਟ ਕੇ ਮੈਂ ਆਪ ਜੀ ਦੇ ਦੁਆਰੇ ਆਇਆ ਹਾਂ। ਹਾਰ ਪਰਿਓ, ਦੁਨੀਆ ਵੱਲੋਂ ਹਾਰ ਕੇ ਮੈਂ ਆਪ ਜੀ ਦੇ ਚਰਨਾਂ ਦੇ ਉੱਪਰ ਆ ਕੇ ਪੈ ਗਿਆ ਹਾਂ। ਹਾਰ ਪਰਿਓ ਤੁਮਰੈ ਪ੍ਰਭ ਦੁਆਰੈ, ਤੁਹਾਡੇ ਦਰ ਤੇ ਦਰਵਾਜ਼ੇ ਤੇ ਦੁਨੀਆ ਵੱਲੋਂ ਹਾਰ ਕੇ ਸਭ ਕਾਸੇ ਨੂੰ ਵੇਖ ਲਿਆ। ਮਾਂ ਬਾਪ ਨੂੰ, ਭੈਣਾਂ ਭਰਾਵਾਂ ਨੂੰ, ਦੇਵੀ ਦੇਵਤਿਆਂ ਨੂੰ, ਪੀਰ ਪੈਗੰਬਰਾਂ ਨੂੰ, ਪੜੋਸੀਆਂ ਨੂੰ, ਰਿਸ਼ਤੇਦਾਰਾਂ ਨੂੰ, ਸਭ ਨੂੰ ਪਰਖ ਕੇ ਵੇਖ ਲਿਆ। ਜਦੋਂ ਪਤਾ ਲੱਗਾ ਵੀ ਨਹੀਂ ਇਹ ਕਿਸੇ ਕੰਮ ਨਹੀਂ ਆਉਣ ਵਾਲੇ, ਫਿਰ ਸਤਿਗੁਰੂ ਤੁਹਾਡੇ ਦੁਆਰੇ ਤੇ ਆ ਕੇ ਮੈਂ ਨਕਮਸਤਕ ਹੋਇਆ ਹਾਂ। ਦਿਲ ਕਰ ਗਹੀ ਤੁਮਾਰੀ ਲੂਕ, ਮੈਂ ਆਪ ਜੀ ਦੇ ਆਸਰੇ ਨੂੰ ਦ੍ਰਿੜ ਕਰਕੇ ਪਕੜ ਲਿਆ ਹੈ। ਮੈਂ ਮਨ ਕਰਕੇ ਆਪ ਜੀ ਦਾ ਆਸਰਾ ਲੈ ਲਿਆ। ਲੂਕ ਤੋਂ ਭਾਵ ਆਸਰਾ, ਜੋ ਆਪ ਜੀ ਦਾ ਪਵਿੱਤਰ ਆਸਰਾ ਹੈ, ਉਸ ਨੂੰ ਮੈਂ ਦ੍ਰਿੜ ਕਰਕੇ ਮਨ ਦੇ ਵਿੱਚ ਪੱਕਾ ਕਰਕੇ ਪਕੜ ਲਿਆ ਹੈ। ਕਾਢ ਲਿਓ ਨਾਨਕ ਆਪਣੇ ਕੋ, ਸੰਸਾਰ ਭਾਵ ਕੇ ਕੂਪ। ਸਤਿਗੁਰੂ ਬਖਸ਼ਿਸ਼ ਕਰਦੇ, ਐ ਪਰਮਾਤਮਾ, ਇਹ ਜਿਹੜਾ ਸੰਸਾਰ ਹੈ ਨਾ, ਇਹ ਅੱਗ ਦਾ ਖੂਹਾ ਹੈ। ਖੂਹ ਦੇ ਵਿੱਚੋਂ ਨਿਕਲਣਾ ਵੈਸੇ ਹੀ ਬੜਾ ਔਖਾ, ਪਰ ਜੇ ਖੂਹ ਦੇ ਵਿੱਚ ਅੱਗ ਹੀ ਲੱਗ ਜਾਵੇ ਫਿਰ ਨਿਕਲਣਾ ਬਿਲਕੁਲ ਔਖਾ ਹੈ। ਸਤਿਗੁਰੂ ਪਾਤਸ਼ਾਹ, ਇਹ ਸੰਸਾਰ ਰੂਪੀ ਜਿਹੜਾ ਖੂਹ ਹੈ, ਮੈਂ ਇਹਦੇ ਵਿੱਚ ਡਿੱਗਿਆ ਹੋਇਆ। ਕਾਢ ਲਿਓ ਨਾਨਕ ਆਪਣੇ ਕੋ, ਮੈਨੂੰ ਆਪਣਾ ਜਾਣ ਕੇ ਇਸ ਅੱਗ ਦੇ ਖੂਹ ਵਿੱਚੋਂ ਕੱਢ ਲੈਣਾ ਕਰੋ। ਇਹ ਮੇਰੇ 'ਤੇ ਕਿਰਪਾ ਕਰੋ ਕਿ ਮੈਂ ਇਸ ਅੱਗ ਦੇ ਖੂਹ 'ਚੋਂ ਨਿਕਲ ਨਹੀਂ ਸਕਦਾ, ਪਰ ਤੁਹਾਡੀ ਸ਼ਰਨ ਵਿੱਚ ਆਉਣ ਕਰਕੇ ਮੈਨੂੰ ਇਸ ਅੱਗ ਦੇ ਖੂਹ ਵਿੱਚੋਂ ਆਪ ਜੀ ਕੱਢ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਣਾ ਕਰੋ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ, ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਹਾਰ ਪਰਿਓ ਤੁਮਰੇ ਪ੍ਰਭ ਦੁਆਰਾ, ਦਿਲ ਕਰ ਗਹੀ ਤੁਮਾਰੀ ਲੂਕ। ਕਾਢ ਲਿਓ ਨਾਨਕ ਆਪਣੇ ਕੋ, ਸੰਸਾਰ ਭਾਵ ਕੇ ਕੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ